the word of God. ਤੇ ਬਹੁਤ ਜ਼ਰੂਰੀ ਜੋ ਚੀਜ਼ ਹੈ ਉਹ ਪਰਮੇਸ਼ਰ ਦਾ ਵਚਨ ਹੈ। And everything is important. ਸਭ ਕੁਝ ਜ਼ਰੂਰੀ ਹੈ But the word is the final cracker. ਤੇ ਪਰ ਜੋ ਪਰਮੇਸ਼ਰ ਦਾ ਵਚਨ ਹੈ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। Hallelujah. ਤੋੜਨ ਵਾਲਾ ਹੈ। Because we can do worship, we can do the other things, and if we leave out the word of God, there will be a big gap. ਤੇ ਅਸੀਂ ਅਗਰ ਵਰਸ਼ਿਪ ਕਰੀਏ ਜਾਂ ਹੋਰ ਵੀ ਕੰਮ ਕਰੀਏ If we do other things and we miss this out, there will be a big gap in the meeting. ਤੇ ਜੇ ਅਸੀਂ ਦੂਸਰੀਆਂ ਚੀਜ਼ਾਂ ਨੂੰ ਲੈ ਲਈਏ ਜਾਂ ਵਰਸ਼ਿਪ ਦਾ ਹਿੱਸਾ ਬਣ ਜਾਈਏ ਪਰ ਜੇ ਵਚਨ ਨੂੰ ਸੁਣਨਾ ਭੁੱਲ ਜਾਈਏ ਜਾਂ Amen. ਛੱਡ ਜਾਈਏ So- ਤਾਂ ਉਹ ਬਹੁਤ Correct. Thank you. ਗੈਪ ਹੋ ਜਾਂਦਾ ਹੈ Okay. ਉਹਦੇ ਵਿੱਚ। Praise the Lord. Praise the Lord. So, my topic or title for today is that we need God's word. ਤੇ ਜੋ ਮੇਰੇ ਅੱਜ ਦਾ ਵਿਸ਼ਾ ਹੈ ਵਚਨ ਦਾ ਉਹ ਹੈ ਕਿ ਸਾਨੂੰ ਪਰਮੇਸ਼ਰ ਦੇ ਵਚਨ ਦੀ ਜ਼ਰੂਰਤ ਹੈ। Did you hear me? ਕੀ We ਤੁਸੀਂ need ਸੁਣਿਆ? God's word. ਕਿ ਸਾਨੂੰ ਜ਼ਰੂਰਤ ਹੈ ਪਰਮੇਸ਼ਰ ਦੇ ਵਚਨ We ਦੀ। cannot live without God's word. ਅਸੀਂ ਬਿਨਾਂ ਪਰਮੇਸ਼ਰ ਦੇ ਵਚਨ ਦੇ ਨਹੀਂ ਚੱਲ ਸਕਦੇ। If we don't have God's word in our lives, ਅਗਰ ਸਾਡੇ ਕੋਲ ਪਰਮੇਸ਼ਰ ਦਾ ਵਚਨ ਨਹੀਂ ਹੈ ਸਾਡੀ ਜ਼ਿੰਦਗੀ ਦੇ we ਵਿੱਚ will be in big trouble. ਤੇ ਅਸੀਂ ਵੱਡੀ ਮੁਸੀਬਤ ਦੇ ਵਿੱਚ ਹਾਂ। So we need God's word today. Hallelujah. ਤੇ ਅੱਜ ਸਾਨੂੰ ਜ਼ਰੂਰਤ ਹੈ ਪਰਮੇਸ਼ਰ ਦੇ ਵਚਨ ਦੀ। And when we have God's word, ਜਦੋਂ ਸਾਡੇ ਕੋਲ ਖੁਦਾ ਦਾ ਵਚਨ ਹੋਏਗਾ we have everything. ਤੇ ਸਾਡੇ ਕੋਲ ਸਭ ਕੁਝ ਹੈ। You agree on this? ਅਗਰ ਤੁਸੀਂ ਸਾਰੇ ਸਹਿਮਤ ਹੋ ਇਸ ਚੀਜ਼ ਤੇ If you are not yet with me, then we will straight away go into Matthew 4 ਤੇ ਆਪਾਂ ਵਚਨ ਦੇ ਵਿੱਚ ਜਾਵਾਂਗੇ ਔਰ ਵਚਨ ਹੈ ਮਤੀ ਦੀ ਕਿਤਾਬ ਉਹਦਾ ਚੌਥਾ ਅਧਿਆਇ and Matthew 1 to 4. ਮਤੀ ਦੀ ਇੰਜੀਲ ਉਹਦਾ Sister 1 ਤੋਂ will 4 read ਚੈਪਟਰ 4 chapter 4 ਮਤੀ ਦੀ verses ਇੰਜੀਲ 1 to ਪੜ੍ਹਾਂਗੇ 4. ਜੋ ਨਵੀਂ ਨਿਯਮ ਦੇ ਵਿੱਚ ਹੈ ਉਹਦਾ ਚੌਥਾ ਅਧਿਆਇ 1 ਤੋਂ 4। ਤਦ ਯਿਸੂ ਆਤਮਾ ਦੀ ਅਗਵਾਈ ਦੇ ਨਾਲ ਉਜਾੜ ਦੇ ਵਿੱਚ ਗਿਆ ਭਈ ਸ਼ੈਤਾਨ ਦੇ ਕੋਲੋਂ ਪਰਤਾਇਆ ਜਾਵੇ ਅਤੇ ਜੇ 40 ਦਿਨ ਅਤੇ 40 ਰਾਤ ਵਰਤ ਰੱਖਿਆ ਤਾਂ ਉੜਕ ਉਹਨੂੰ ਭੁੱਖ ਲੱਗੀ। ਤਦ ਪਰਤਾਉਣ ਵਾਲੇ ਨੇ ਕੋਲ ਆ ਕੇ ਉਹਨੂੰ ਆਖਿਆ ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਕਹੋ ਜੋ ਇਹ ਪੱਥਰ ਰੋਟੀਆਂ ਬਣ ਜਾਣ। ਪਰ ਜਾਂ ਉਹਨੇ ਉੱਤਰ ਦਿੱਤਾ ਲਿਖਿਆ ਹੈ ਭਈ ਇਨਸਾਨ ਨਿਰਾ ਰੋਟੀ ਨਾਲ ਹੀ ਨਹੀਂ ਜਿਉਂਦਾ ਰਹੇਗਾ ਪਰ ਹਰੇਕ ਵਾਕ ਜੋ ਪਰਮੇਸ਼ਰ ਦੇ ਮੁਖ ਦੇ ਵਿੱਚੋਂ ਨਿਕਲਦਾ ਹੈ। Amen. Hallelujah. So for 40 days and for 40 nights, Jesus was fasting. 40 ਦਿਨ ਅਤੇ 40 ਰਾਤਾਂ ਯਿਸੂ ਮਸੀਹ ਨੇ ਵਰਤ And ਰੱਖਿਆ। after you fasted for 40 days and 40 nights, ਵਰਤ ਰੱਖਣ ਤੋਂ 40 ਦਿਨ ਅਤੇ 40 ਰਾਤਾਂ and ਤੋਂ if you ਬਾਅਦ meet Asif with biryani, ਤੇ ਜੇ ਤੁਸੀਂ ਬ੍ਰਦਰ ਆਸਿਫ ਨੂੰ ਮਿਲੋ ਬਿਰਿਆਨੀ ਦੇ ਨਾਲ you will not keep it to yourself. You're going to go for it. ਤੇ ਤੁਸੀਂ ਆਪਣੇ ਆਪ ਨੂੰ ਨਹੀਂ ਰੋਕੋਗੇ ਪਰ ਤੁਸੀਂ ਜਾ ਕੇ ਉਹ ਲੈ ਲਓਗੇ ਉਹਨਾਂ So ਤੋਂ। Jesus is very hungry and very thirsty. ਇਸੇ ਤਰ੍ਹਾਂ ਯਿਸੂ ਵੀ ਉਸ ਸਮੇਂ ਬਹੁਤ ਉਹਨੂੰ ਭੁੱਖ ਲੱਗੀ ਸੀ ਔਰ ਪਿਆਸਾ ਸੀ And the enemy wanted a moment to tempt Jesus. ਤੇ ਉੱਥੇ ਦੁਸ਼ਮਣ ਆਇਆ ਯਾਨੀ ਸ਼ੈਤਾਨ ਆਇਆ ਤੇ ਉਹਨੇ ਪਰਖਣ ਦੀ ਕੋਸ਼ਿਸ਼ ਕੀਤੀ And ਯਿਸੂ he ਨੂੰ gives him a suggestion. ਤੇ ਉਹਨੇ ਕੋਸ਼ਿਸ਼ ਕੀਤੀ ਯਿਸੂ ਨੂੰ ਸਲਾਹ ਦੇਣ ਦੀ And you are ਸੁਝਾਅ ਦੇਣ ਦੀ। hungry. ਉਹਨੇ ਕਿਹਾ ਤੈਨੂੰ ਭੁੱਖ ਲੱਗੀ ਹੈ Then why can't you have the power within you to make the stones into bread? ਤੇ ਉਹਨੇ ਕੀ ਉਹਨੂੰ ਆਖਿਆ ਕਿ ਤੂੰ ਇਹਨਾਂ ਪੱਥਰਾਂ ਨੂੰ ਕਹਿ ਤੇਰੇ ਲਈ ਰੋਟੀ ਬਣ ਜਾਣੀ ਹੈ। When we are helpless, majboor, ਜਦੋਂ ਅਸੀਂ ਮਜਬੂਰ ਹੁੰਨੇ ਆ lots of things will be presented to us. ਤੇ ਬਹੁਤ ਸਾਰੀਆਂ ਚੀਜ਼ਾਂ ਸਾਡੇ ਵੱਲ ਆਉਂਦੀਆਂ And ਨੇ। it's very easy ਇਹ ਬਹੁਤ ਆਸਾਨ ਹੁੰਦਾ ਹੈ when we are in need and when we are helpless ਜਦੋਂ ਸਾਨੂੰ ਜ਼ਰੂਰਤ ਹੁੰਦੀ ਹੈ ਕਿਸੇ ਪਾਸੋਂ ਮਦਦ to ਨਹੀਂ meet ਹੁੰਦੀ that need ਤੇ ਉਸ ਜ਼ਰੂਰਤ ਨੂੰ ਜਦ ਅਸੀਂ ਮਿਲਦੇ that ਹਾਂ we can justify ਤੇ ਅਸੀਂ ਜਸਟੀਫਾਈ ਹੋ ਜਾਂਦੇ ਹਾਂ and do something wrong. ਤੇ ਫਿਰ ਕੁਝ ਗਲਤ ਕਰਦੇ ਹਾਂ। And this was Satan ਤੇ ਇਸੇ ਤਰੀਕੇ who ਸ਼ੈਤਾਨ was giving Salah advice to Jesus. ਤੇ ਉਹ ਕੋਸ਼ਿਸ਼ ਕਰ ਰਿਹਾ ਤੇ ਸਲਾਹ ਦੇਣ ਨੂੰ ਯਿਸੂ ਨੂੰ। Do you think that he should have listened to the Satan and start making breads out of the stones? ਤੇ ਕੀ ਤੁਹਾਨੂੰ ਲੱਗਦਾ ਕਿ ਉੱਥੇ ਉਹਨੇ ਸ਼ੈਤਾਨ ਨੂੰ ਸੁਣਿਆ ਔਰ ਕੋਸ਼ਿਸ਼ ਕੀਤੀ ਉਹਨਾਂ ਪੱਥਰਾਂ ਨੂੰ ਰੋਟੀ ਬਣਾਉਣ ਦੇ ਲਈ Or reject his offer? ਜਾਂ ਉਹਨੇ ਉਹਨੂੰ ਰੱਦ ਦਿੱਤਾ ਉਹਦੇ Or offer ਨੂੰ? reject his counsel? ਤੇ ਉਹਦੀਆਂ ਗੱਲਾਂ ਨੂੰ ਜੋ ਉਹਨੇ ਨੂੰ ਆ ਕੇ ਕਿਹਾ And do what the ਰੱਦਿਆ Spirit of God is saying to him. ਤੇ ਉਹਨੇ ਪਰਮੇਸ਼ਵਰ ਦੀ ਆਤਮਾ ਦੇ ਦੁਆਰਾ ਉਹਨੂੰ ਆਖਿਆ And Jesus did the right thing. ਤੇ ਯਿਸੂ ਨੇ ਸਹੀ ਚੀਜ਼ ਕੀਤੀ। He said in 4 verse 4. ਉੱਥੇ ਚੌਥੀ ਆਇਤ ਦੇ ਵਿੱਚ ਲਿਖਿਆ ਆ Read please. ਕਹਿੰਦਾ ਭਈ ਇਨਸਾਨ ਨਿਰਾ ਰੋਟੀ ਨਾਲ ਹੀ ਨਹੀਂ ਜਿਉਂਦਾ ਰਹੇਗਾ ਪਰ ਹਰੇਕ ਵਾਕ ਜੋ ਜਿਹੜਾ ਪਰਮੇਸ਼ਰ ਦੇ ਮੁਖ ਚੋਂ ਨਿਕਲਦਾ ਹੈ। Man shall not live by bread alone. ਤੇ ਵਚਨ 'ਚ ਜਿੱਦਾਂ ਲਿਖਿਆ ਕਿ ਮਨੁੱਖ ਸਿਰਫ ਰੋਟੀ ਦੇ ਨਾਲ ਹੀ ਜਿਉਂਦਾ ਨਹੀਂ Okay? ਰਹੇਗਾ। Sirf is very important. ਸਿਰਫ ਇੱਕ ਜ਼ਰੂਰੀ ਗੱਲ That ਹੈ। means we need food.
ਤੇ ਅਗਰ ਸਾਨੂੰ ਜ਼ਰੂਰਤ We ਹੈ need ਭੋਜਨ water. ਦੀ, ਅਗਰ ਸਾਨੂੰ ਪਾਣੀ ਦੀ ਲੋੜ We ਹੈ, need minerals, nutrients, vitamins. ਵਿਟਾਮਿਨ ਜਾਂ ਮਿਨਰਲ ਸਾਨੂੰ ਚਾਹੀਦੇ ਨੇ, But more than that, ਪਰ ਉਹਨਾਂ ਸਭ ਤੋਂ ਵੱਧ we ਕੇ need God's word. ਤੇ ਉਹ ਸਭ ਤੋਂ ਵੱਧ ਕੇ ਸਾਨੂੰ ਜ਼ਰੂਰਤ ਹੈ ਪਰਮੇਸ਼ਵਰ ਦੇ ਵਚਨ ਦੀ। You understand me? ਤੁਸੀਂ ਸਮਝ ਪਾ ਰਹੇ ਹੋ? God's word is needed for us to become spiritually healthy. ਆਮੀਨ। ਪਰਮੇਸ਼ਵਰ ਦਾ ਜੋ ਵਚਨ ਹੈ ਉਹ ਸਾਡੇ ਸਭ ਦੇ ਲਈ ਜ਼ਰੂਰੀ ਹੈ ਕਿ ਅਸੀਂ ਆਤਮਾ ਦੇ ਵਿੱਚ ਹੋਰ If we are not feeding ourselves with the word of God, ਅਗਰ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਨਹੀਂ ਪਾਲ ਰਹੇ we will be deficient, weak people in the spirit. ਤੇ ਫਿਰ ਅਸੀਂ ਆਤਮਾ ਦੇ ਵਿੱਚ ਬਹੁਤ ਕਮਜ਼ੋਰ ਅਤੇ ਕਮਜ਼ੋਰ ਹੋ We ਜਾਵਾਂਗੇ। need to be feeding ourselves with God's word. ਤੇ ਸਾਨੂੰ ਜ਼ਰੂਰਤ ਹੈ ਕਿ ਅਸੀਂ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਆਪਣੇ ਆਪ ਨੂੰ ਭਰੀਏ, Because it says that we will not only live by the biryani and the curry and the roti and the naan, but by God's word. ਆਮੀਨ। ਕਿਉਂਕਿ ਵਚਨ ਦੇ ਵਿੱਚ ਲਿਖਿਆ ਹੋਇਆ ਕਿ ਅਸੀਂ ਸਿਰਫ ਰੋਟੀ ਜਾਂ ਬਿਰਿਆਨੀ ਦੇ ਨਾਲ ਹੀ ਨਹੀਂ ਜਿਉਂਦੇ ਰਹਾਂਗੇ, ਪਰ ਅਸੀਂ ਜਿਉਂਦੇ ਰਵਾਂਗੇ ਪਰਮੇਸ਼ਵਰ ਦੇ ਵਚਨ ਦੇ ਨਾਲ। Hallelujah. We go into John 6. ਅਸੀਂ ਹੁਣ ਪੜਾਂਗੇ ਯੂਹੰਨਾ 6 Read from 63 to 66. chapter. João in Portuguese. John. It's my middle name. My name is Joaquim João Fernandes. ਅਸੀਂ ਪੜਾਂਗੇ ਯੂਹੰਨਾ ਇੰਜੀਲ Yeah. ਗੋਸਪਲ Gospel 6, 63 to 66. ਯੂਹੰਨਾ ਦੀ ਇੰਜੀਲ ਉਹਦਾ 6ਵਾਂ ਅਧਿਆਇ ਉਹਦੀ ਆਇਤ ਪੜਾਂਗੇ ਅਸੀਂ 63 ਤੋਂ 66 ਤੱਕ। ਇੱਥੇ ਲਿਖਿਆ ਕਹਿੰਦਾ ਜਿਉਂ ਦਾਤਾ ਤਾਂ ਆਤਮਾ ਹੈ, ਮਾਸ ਤੋਂ ਕੁਝ ਲਾਭ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਉਹ ਆਤਮਾ ਅਤੇ ਜਿਉਣ ਹਨ, ਪਰ ਤੁਹਾਡੇ ਵਿੱਚੋਂ ਕਿੰਨੇ ਹੀ ਹਨ ਜਿਹੜੇ ਨਿਸ਼ਚਾ ਨਹੀਂ ਕਰਦੇ, ਕਿਉਂਕਿ ਯਿਸੂ ਮੁੱਢੋਂ ਹੀ ਜਾਣਦਾ ਸੀ ਕਿਹੜੇ ਹਨ ਜਿਹੜੇ ਨਿਸ਼ਚਾ ਨਹੀਂ ਕਰਦੇ ਅਤੇ ਕੌਣ ਹੈ ਜੋ ਮੈਨੂੰ ਫੜਵਾਏਗਾ। ਉਹਨੇ ਆਖਿਆ, ਇਸ ਕਾਰਨ ਮੈਂ ਤੁਹਾਨੂੰ ਇਹ ਆਖਿਆ ਹੈ ਕਿ ਕੋਈ ਮੇਰੇ ਕੋਲ ਨਹੀਂ ਆ ਸਕਦਾ ਜੇਕਰ ਇਹ ਪਿਤਾ ਦੇ ਵੱਲੋਂ ਉਹਨੂੰ ਬਖਸ਼ਿਆ ਗਿਆ ਨਾ ਹੋਵੇ। ਇਸੇ ਤੋਂ ਉਹਦੇ ਚੇਲਿਆਂ ਵਿੱਚੋਂ ਬਹੁਤੇ ਪਿਛਾਂ ਫਿਰ ਗਏ ਤੇ ਮੁੜ ਉਹਦੇ ਨਾਲ ਨਾ ਚੱਲੇ। So Jesus is sharing powerful things to his disciples. ਤੇ ਯਿਸੂ ਬਹੁਤ ਸ਼ਕਤੀਸ਼ਾਲੀ ਚੀਜ਼ਾਂ ਆਪਣੇ ਚੇਲਿਆਂ ਨੂੰ ਇੱਥੇ ਦੱਸ ਰਿਹਾ ਸੀ। It says galla here. ਇੱਥੇ ਲਿਖਿਆ ਹੈ ਕਿ ਉਹਨੇ ਬਹੁਤ ਸ਼ਕਤੀਸ਼ਾਲੀ And ਗੱਲਾਂ they ਦੱਸੀਆਂ are full of the spirit. ਤੇ ਉਹ ਆਤਮਾ ਦੇ ਨਾਲ ਭਰ ਕੇ ਦੱਸਦਾ ਸੀ। Jesus has got life to give to us. ਤੇ ਯਿਸੂ ਦੇ ਕੋਲ ਜ਼ਿੰਦਗੀ ਹੈ ਜੋ ਸਾਨੂੰ ਦੇਣੀ ਚਾਹੁੰਦਾ His words are full of life. ਤੇ ਉਹਦੇ ਜਿਹੜੇ ਵਚਨ ਨੇ ਉਹ ਪੂਰੀ ਜ਼ਿੰਦਗੀ ਨੇ। But there were some, ਤੇ there were some ਕੋਈ ਲੋਕ ਥੇ ਇੱਥੇ ਬਹੁਤੇ ਲੋਕ ਸੀਗੇ who went back ਉਹ ਜੋ ਪਿਛਾਂ ਨੂੰ ਮੁੜ ਗਏ because they could not receive life. ਕਿਉਂਕਿ ਉਹ ਨਹੀਂ ਵਚਨ ਨੂੰ ਲੈ ਸਕੇ They ਜੋ wanted ਜ਼ਿੰਦਗੀ ਦਾ ਸੀ। they wanted to still be in darkness. ਤੇ ਉਹ ਜੋ ਮੁੜ ਗਏ ਵਾਪਸ ਉਸ ਹਨੇਰੇ ਦੇ They ਵੱਲ wanted to still be in the world ਤੇ ਉਹ ਵਾਪਸ ਮੁੜ ਗਏ ਉਸ ਦੁਨੀਆ ਦੇ ਵਿੱਚ because it was hard for them to take in what Jesus was saying. ਕਿਉਂਕਿ ਉਹਨਾਂ ਦੇ ਲਈ ਮੁਸ਼ਕਿਲ ਹੋ ਰਿਹਾ ਸੀ ਉਹ ਵਚਨ ਜੋ ਯਿਸੂ ਉਹਨਾਂ ਨੂੰ ਦੱਸ ਰਿਹਾ ਸੀ Probably ਉਹਨੂੰ they were ਲੈਣਾ। caught up in their own old ways. ਤੇ ਉਹਨਾਂ ਨੇ ਆਪਣੇ ਆਪ ਨੂੰ ਅਲੱਗ ਕਰ ਦਿੱਤਾ ਆਪਣੀ ਮਰਜ਼ੀ ਦੇ ਨਾਲ ਉੱਥੋਂ ਚਲ ਗਏ। Maybe they didn't want to live the sinful life that they were living. ਉਹ ਨਹੀਂ ਸੀ ਛੱਡਣਾ ਚਾਹੁੰਦੇ ਉਸ ਪਾਪੀ ਜ਼ਿੰਦਗੀ ਨੂੰ ਜਿਸ ਦੇ ਵਿੱਚ ਜਿਉ They ਰਹੇ ਸੀ wanted to continue to live in sin. ਤੇ ਉਹ ਚਾਹੁੰਦੇ ਸੀ ਲਗਾਤਾਰ ਉਹ ਉਸ ਪਾਪ ਦੇ ਵਿੱਚ ਚੱਲਦੇ ਰਹਿਣ। But Jesus was saying that my words are life for you. ਕਿਉਂਕਿ ਯਿਸੂ ਦੇ ਵਚਨ ਦੇ ਵਿੱਚ ਲਿਖਿਆ ਕਿ ਉਹਨੇ ਕਿਹਾ ਕਿ ਮੇਰੇ ਜਿਹੜੇ ਵਚਨ ਨੇ ਮੇਰੇ ਜਿਹੜੇ ਸ਼ਬਦ ਨੇ ਤੁਹਾਡੇ So ਲਈ when ਜ਼ਿੰਦਗੀ you read this, ਜੇ ਤੁਸੀਂ ਇਹਨੂੰ ਪੜ੍ਹਦੇ ਹੋ this is life. ਇਹ ਜ਼ਿੰਦਗੀ ਹੈ, This is healing. ਇਹ ਚੰਗਿਆਈ ਹੈ, This is bread. ਇਹ ਸਾਡੀ ਰੋਟੀ ਹੈ, This is food. ਇਹ ਸਾਡਾ ਭੋਜਨ ਹੈ। We need to be feeding on this. ਤੇ ਜ਼ਰੂਰਤ ਹੈ ਕਿ ਅਸੀਂ ਇਹਦੇ ਦੁਆਰਾ ਆਪਣੇ ਆਪ ਨੂੰ ਭਰੀਏ। Yeah, we need to be muscling up with the word of God. ਤੇ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਮਸਲ ਬਣਾਈਏ ਵਚਨ ਦੇ ਦੁਆਰਾ। Hallelujah. ਹਾਲੇਲੂਇਆ। Then in verse 67, 67ਵੀਂ ਆਇਤ ਚ ਕਹਿੰਦਾ Jesus says to the few who were left behind, he said, will you also leave me? ਤੇ ਉਹਨਾਂ ਲੋਕਾਂ ਦੇ ਜੋ ਉਹਨੂੰ ਛੱਡ ਕੇ ਚਲੇ ਗਏ ਉਹਨਾਂ ਤੋਂ ਬਾਅਦ ਯਿਸੂ ਨੇ ਇੱਥੇ ਆਪਣੇ ਚੇਲਿਆਂ ਨੂੰ ਇੱਕ ਗੱਲ ਕਹੀ। And look what Simon Peter says in verse 68. ਤੇ 67ਵੀਂ ਆਇਤ ਚ ਯਿਸੂ ਨੇ ਆਪਣੇ ਚੇਲਿਆਂ ਨੂੰ 12 ਨੂੰ ਆਖਿਆ ਕਿ ਤੁਸੀਂ ਵੀ ਮੈਂ ਇਹਨੂੰ ਛੱਡ ਕੇ ਜਾਣਾ ਚਾਹੁੰਦੇ ਹੋ? ਤਾਂ ਸ਼ਮਯੋਨ ਅਤੇ ਪਤਰਸ ਨੇ ਉਹਨੂੰ ਉੱਤਰ ਦਿੱਤਾ, ਪ੍ਰਭੂ ਜੀ ਅਸੀਂ ਇਹ ਕਿਹਦੇ ਕੋਲ ਜਾਈਏ? ਸਦੀਪਕ ਜਿਉਂ ਦੀਆਂ ਗੱਲਾਂ ਦਾ ਤੇਰੇ ਕੋਲ। Hallelujah. Peter said, Lord, to whom shall we go? ਤੇ ਪਤਰਸ ਨੇ ਆਖਿਆ ਕਿ हे ਪ੍ਰਭੂ ਅਸੀਂ ਕਿਹਦੇ ਕੋਲ ਜਾਈਏ? Because you have words of eternal life. ਕਿਉਂਕਿ ਤੇਰੇ ਕੋਲ ਸਦੀਪਕ ਜਿਉਂ ਦੀਆਂ ਗੱਲਾਂ ਨੇ। Where else?
we go somewhere else, we will not get eternal life words. ਤੇ ਜੇ ਅਸੀਂ ਕਿਸੇ ਹੋਰ ਦੇ ਕੋਲ ਜਾਈਏ ਤੇ ਸਾਡੇ ਕੋਲ ਉਹ ਸ਼ਬਦ ਨਹੀਂ ਹੈ ਜੋ ਤੇਰੇ ਕੋਲ ਨੇ। We might get food from some people. ਹੋ ਸਕਦਾ ਕਿ ਅਸੀਂ ਕੁਝ ਲੋਕਾਂ ਤੋਂ ਭੋਜਨ ਲੈ They might give us some books to read. ਉਹ ਸਾਨੂੰ ਕੁਝ ਬੁੱਕ ਜਾਂ They might give us religion. ਜਾਂ ਉਹ ਸਾਨੂੰ ਧਰਮ ਦੇ ਦੇਣ They might give good deeds. You have to be a good person. ਤੇ ਉਹ ਕੁਝ ਚੰਗੀਆਂ ਚੀਜ਼ਾਂ ਸਾਨੂੰ ਸਿਖਾਉਣ But Jesus was giving life, and they say, it says here, you have words of eternal life. ਆਮੀਨ। ਇੱਥੇ ਜਿੱਦਾਂ ਵਚਨ 'ਚ ਲਿਖਿਆ ਹੈ ਕਿ ਪਤਰਸ ਨੇ ਉਹਨੂੰ ਆਖਿਆ ਕਿ ਤੇਰੇ ਕੋਲ ਸਦੀਪਕ ਜਿਉਣ ਦੀਆਂ ਗੱਲਾਂ ਨੇ। Hallelujah. Hallelujah. Now we all have problems in life. ਸਾਡੇ ਸਭ ਦੀ ਜ਼ਿੰਦਗੀਆਂ 'ਚ ਮੁਸੀਬਤਾਂ ਹੁੰਦੀਆਂ ਨੇ। Everyone has got some or the other problem. ਹਰ ਇੱਕ ਦੀ ਵੱਖੋ ਵੱਖਰੀ ਮੁਸ਼ਕਿਲ ਹੈ। If there is anyone here who says, I am perfect, I have no problem, then you are a liar. ਅਗਰ ਤੁਹਾਡੇ ਵਿੱਚੋਂ ਕੋਈ ਵੀ ਹੈ ਜੋ ਕਹੇ ਕਿ ਮੇਰੀ ਜ਼ਿੰਦਗੀ 'ਚ ਕੋਈ ਮੁਸ਼ਕਿਲ ਨਹੀਂ ਹੈ ਤਾਂ ਮੈਨੂੰ ਲੱਗਦਾ ਕਿ And if there is anyone here who says, I have no problem, then I will try to give you 1,000 pounds cash. Oh, sorry, it's a tissue, I'm joking. ਅਗਰ ਤੁਹਾਡੇ ਵਿੱਚੋਂ ਕੋਈ ਵੀ ਹੈ ਜੋ ਕਹੇ ਕਿ ਮੇਰੀ ਜ਼ਿੰਦਗੀ 'ਚ ਕੋਈ ਮੁਸ਼ਕਿਲ ਨਹੀਂ ਹੈ ਤਾਂ ਮੈਂ ਤੁਹਾਨੂੰ 10 ਪਾਉਂਡ ਦੇ ਸਕਦਾ ਹਾਂ। 10 पाउंड नहीं, मैंने बोला 1000 की बात किया। 10 पाउंड की नहीं की। ਮੈਂ ਮਜ਼ਾਕ ਕਰ ਰਿਹਾ हाँ, फिर भी okay. Hallelujah. So we need to be having words of eternal life. ਤੇ ਸਾਡੇ ਕੋਲ ਹੋਣਾ ਚਾਹੀਦਾ ਹੈ ਪਰਮੇਸ਼ਰ ਦਾ And we ਵਚਨ। can't turn away from eternal life words. ਤੇ ਅਸੀਂ ਜੋ ਸਦੀਪਕ ਜ਼ਿੰਦਗੀ ਜਿਉਣ ਦਾ need to ਵਚਨ turn. ਹੈ ਉਹ ਤੋਂ ਪਿੱਠ ਨਹੀਂ ਘੁਮਾਉਣੀ, ਵਾਪਸ हाँ, ਨਹੀਂ ਜਾਣਾ। जरूरी है. So when I'm also teaching, preaching, I teach my people. So she need to turn because I also turn. Hallelujah. हालेलुया। Praise God. इस तरीके से हम ट्रेन करते हैं लोगों को. Praise God. Yes. आगे जाएंगे. Hebrew chapter 4 verse 12. ਹੁਣ ਅਸੀਂ ਪੜਾਂਗੇ ਇਬਰਾਨੀਆਂ ਦੀ ਕਿਤਾਬ ਉਹਦਾ ਚੌਥਾ ਅਧਿਆਇ। By the time you search, translation is simple बात नहीं है. Translation में बहुत कुछ होता है. बॉडी लैंग्वेज बहुत जरूरी है. अभी थोड़ा सा प्रॉब्लम है क्योंकि सिस्टर के हाथ में बाइबल है. अगर देखो मेरे पास बाइबल 4:12, अगर बाइबल नहीं होता है मेरे पास उसके पास तो फिर वो फ्री रहती थी. अगर मैं ऐसा करूँगा तो फिर वो ऐसे करेगी, अगर मैं ऐसा करूँगा तो फिर वो भी ऐसे करेगी, अगर मैं ऐसा करूँगा तो फिर वो करेगी, अगर मैं बड़े आगे कर रहा हूँ तो फिर वो बड़े आगे करेंगी, अगर मैं ऊंची आवाज़ में करूँगा तो फिर वो ऊंची आवाज़ में करेगी, अगर मैं हल्के से करूँगा तो फिर वो हल्के से करेगी, अगर मैं मूव हो जाऊँगा इधर तो अभी सही ये नहीं है सेटिंग चर्च में जैसे नहीं, हम फिर भी चर्च है, मेरे साथ वो साइड में आएगी इस साइड, अगर मैं उस साइड जाऊंगा तो फिर वो मेरे साथ उस साइड जाएगी, अगर मैं आगे जाऊंगा तो मेरे साथ आगे आएगी. तो ये ट्रांसलेशन का भी मोल होता है. हालेलुया. ਇਬਰਾਨੀਆਂ ਚੌਥਾ ਅਧਿਆਇ ਉਹਦੀ 11ਵੀਂ ਆਇਤ ਆਪਾਂ ਪੜਾਂਗੇ। ਸੋ ਆਓ ਅਤੇ ਉਸ ਆਰਾਮ ਦੇ ਵਿੱਚ ਵੜਨ ਦਾ ਯਤਨ ਕਰੀਏ ਭਾਈ, ਕੋਈ ਉਹਨਾਂ ਵਾਂਗੂ ਅਨਾਗਿਆਕਾਰੀ ਦੇ ਕਾਰਨ ਜੋ ਡਿੱਗ ਪਏ ਡਿੱਗ ਨਾ ਪਏ। नहीं Hebrews हेब्राय 4:12 ਜਾਂ 4:12 ना दसो पढ़ो सॉरी. ਕਿਉਂ ਜੋ ਪਰਮੇਸ਼ਰ ਦਾ ਵਚਨ ਜਿਉਂਦਾ ਤੇ ਗੁਣਕਾਰ ਹੈ, सही. ਹਰੇਕ ਦੋ ਧਾਰੀ ਤਲਵਾਰ ਦੇ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਔਰ ਬਨ ਨੂੰ ਗੁੱਦੇ ਨੂੰ ਅੱਡ ਕਰਕੇ ਵਿੰਨ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ। Hallelujah. God's word is living. ਆਮੀਨ। ਪਰਮੇਸ਼ਰ ਦਾ ਵਚਨ ਹੈ ਜੋ ਜਿਉਂਦਾ ਹੈ। It's a living word. It does not die. ਉਹ ਜ਼ਿੰਦਾ ਹੈ, ਉਹ ਜਿਉਂਦਾ, ਉਹ ਮਰਿਆ It ਨਹੀਂ ਹੈ। has life. ਉਹਦੇ ਕੋਲ ਜ਼ਿੰਦਗੀ ਹੈ। So we need to be having life in us if we are going to read the word. ਤੇ ਸਾਡੇ ਕੋਲ ਜ਼ਿੰਦਗੀ ਹੈ ਅਗਰ ਅਸੀਂ ਪਰਮੇਸ਼ਰ ਦਾ ਵਚਨ ਪੜ੍ਹਦੇ ਹਾਂ। The reason we don't have life many times, ਕਈ ਵਾਰ ਸਾਡੇ ਕੋਲ ਜ਼ਿੰਦਗੀ ਨਹੀਂ ਹੁੰਦੀ and we are depressed, ਅਸੀਂ ਡਿਪਰੈਸ਼ਨ we are sad, ਜਾਂ ਦੁਖੀ because we ਹੁੰਦੇ are ਹਾਂ not feeding on God's word. ਕਿਉਂਕਿ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਵਚਨ ਦੇ ਦੁਆਰਾ ਨਹੀਂ Because there is this word is full of encouragement. ਇਹ ਜੋ ਵਚਨ ਹੈ ਸਾਡੇ ਲਈ ਉਤਸ਼ਾਹਿਤ ਕਰਨ ਵਾਲਾ। Anytime you have any problem in life, ਕੋਈ ਵੀ ਮੁਸੀਬਤ ਜੋ ਸਾਡੀ ਜ਼ਿੰਦਗੀ 'ਚ ਹੋਵੇ, don't call a friend, ਆਪਣੇ ਦੋਸਤਾਂ ਨੂੰ ਕਾਲ ਨਾ don't ਕਰੋ, call your doctor, ਜਾਂ ਡਾਕਟਰ ਨੂੰ ਨਾ ਪੁੱਛੋ, don't call your bank manager, ਜਾਂ ਬੈਂਕ ਮੈਨੇਜਰ ਨੂੰ ਨਾ don't ਕਾਲ call your uncle in Pakistan or ਜਾਂ India, ਆਪਣੇ ਚਾਚਾ ਜਾਂ ਤਾਇਆ ਨੂੰ ਕਾਲ ਨਾ ਕਰੋ, don't call your grandfather. ਜਾਂ ਆਪਣੇ ਦਾਦੂ ਨੂੰ You ਕਾਲ ਨਾ ਕਰੋ। run to the word ਤੇ ਅਸੀਂ ਦੌੜ ਕੇ ਜਾਣਾ You ਪਰਮੇਸ਼ਰ run ਦੇ to the ਵਚਨ word. ਵਿੱਚ। ਦੌੜ ਕੇ and ਪਰਮੇਸ਼ਰ you ਦੇ open ਵਚਨ the ਵਿੱਚ। word ਜਦੋਂ ਅਸੀਂ ਵਚਨ ਨੂੰ ਖੋਲਾਂਗੇ and start reading your word, ਜਦੋਂ ਪੜ੍ਹਨਾ ਸ਼ੁਰੂ ਕਰਾਂਗੇ, you will get counsel from God. ਆਮੀਨ, ਤੇ ਫਿਰ ਤੁਹਾਨੂੰ ਪਰਮੇਸ਼ਰ ਦੇ ਵੱਲੋਂ ਇੱਕ ਚੰਗੀ ਸਲਾਹ You ਮਿਲੇਗੀ will get direction from God. ਤੇ ਤੁਸੀਂ ਪਰਮੇਸ਼ਰ ਦੇ ਵੱਲੋਂ ਫਿਰ ਰਸਤਾ ਪਾਓਗੇ ਅਸੀਂ ਕਿੱਧਰ ਜਾਣਾ। God will guide you. ਪਰਮੇਸ਼ਰ ਤੁਹਾਨੂੰ ਸਿਖਾਏਗਾ। Bible says it's living and it's active. ਆਮੀਨ। ਉਹਦੇ ਵਚਨ 'ਚ ਲਿਖਿਆ ਕਿ ਉਹ ਜਿਉਂਦਾ ਆ ਔਰ ਉਹ ਚੱਲ ਫਿਰ ਰਿਹਾ ਹੈ। It's active. ਉਹ The word, ਉਹ God's word. ਉਹ ਗੁਣਕਾਰ ਹੈ, ਉਹ ਜਿਉਂਦਾ ਹੈ, So it's very active. ਉਹ ਬਹੁਤ ਜ਼ਿਆਦਾ ਗੁਣਕਾਰ It's ਹੈ very living. ਤੇ ਉਹ ਜਿਉਂਦਾ ਹੈ, ਸਾਡੇ ਵਿਚਕਾਰ ਮੌਜੂਦ ਹੈ। So we need to be
feeding on it. ਤੇ ਜ਼ਰੂਰਤ ਹੈ ਕਿ ਅਸੀਂ ਇਹਨੂੰ ਪੜ੍ਹੀਏ ਔਰ ਇਹਦੇ ਚ ਲਈਏ। I say to many people, ਮੈਂ ਇੱਥੇ ਕਿਹਾ ਬਹੁਤਿਆਂ ਨੂੰ, you need, when you're making big decisions in life, ਜਦੋਂ ਤੁਸੀਂ ਇੱਕ ਵੱਡਾ ਫੈਸਲਾ ਲੈਂਦੇ ਹੋ ਆਪਣੀ moving ਜ਼ਿੰਦਗੀ away ਚ, from one place to another, ਜਾਂ ਇੱਕ ਤੋਂ ਦੂਜੀ ਜਗ੍ਹਾ ਜਾਂਦੇ ਹੋ, changing jobs, ਜਾਂ ਆਪਣੀ ਨੌਕਰੀ ਬਦਲਦੇ ਹੋ, getting married, ਜਾਂ ਵਿਆਹ ਕਰਾਉਂਦੇ these ਹੋ, are big, buying a house, ਜਾਂ ਘਰ ਖਰੀਦਦੇ ਹੋ। these are big issues of life. ਇਹ ਬਹੁਤ ਵੱਡੀਆਂ ਗੱਲਾਂ ਨੇ ਸਾਡੀ And ਜ਼ਿੰਦਗੀ if ਦੇ you do ਵਿੱਚ। not involve God ਅਗਰ ਤੁਸੀਂ ਪਰਮੇਸ਼ਰ ਨੂੰ ਉਹਦੇ ਚ and ਸ਼ਾਮਿਲ you ਨਹੀਂ do your ਕਰਦੇ mercy, what you want, ਜਾਂ ਆਪਣੀ ਮਰਜ਼ੀ ਦੇ ਦੁਆਰਾ ਕਰਦੇ ਹੋ ਜੋ ਵੀ ਅਸੀਂ you ਚਾਹੁੰਦੇ ਕਰਨਾ, might miss what God has for you. ਤੁਸੀਂ ਉਸ ਨੂੰ ਖਤਮ ਕਰਦੇ ਹੋ ਜਾਂ ਉਸ ਤੋਂ ਵੱਖਰੇ ਹੋ ਜਾਂਦੇ ਹੋ ਜੋ ਪਰਮੇਸ਼ਰ ਨੇ ਤੁਹਾਡੇ ਲਈ ਰੱਖਿਆ। Just because you are in a situation, ਕਿਉਂਕਿ ਤੁਸੀਂ ਉਸ ਹਾਲਾਤ ਦੇ ਵਿੱਚ ਹੋ, let not your circumstance decide your actions. ਉਹਨਾਂ ਹਾਲਾਤਾਂ ਨੂੰ ਆਪਣੇ ਤੇ ਹੈਵੀ ਨਾ ਹੋਣ ਦਿਓ ਜਿਹੜੇ ਐਕਸ਼ਨ ਜਾਂ ਜੋ ਐਕਸ਼ਨ ਤੁਸੀਂ ਲੈਣ ਜਾ ਰਹੇ ਹੋ। You are not going to be in bondage to your circumstance. ਤੇ ਆਪਣੇ ਹਾਲਾਤਾਂ ਨੂੰ ਏਦਾਂ ਬਨ ਕੇ ਉਹ ਨਾ ਲੈ ਕੇ ਜਾਓ। You are bound to God's word. ਤੇ ਅਸੀਂ ਬਣਨਾ ਨਾ ਸਭ ਚੀਜ਼ਾਂ ਨੂੰ ਪਰਮੇਸ਼ਰ ਦੇ ਵਚਨ ਦੇ ਦੁਆਰਾ। How God will guide you. ਤੇ ਪਰਮੇਸ਼ਰ ਕਿਵੇਂ ਸਾਨੂੰ ਗਾਈਡ ਕਰੇਗਾ। Then only life will have a beautiful flavor. ਤੇ ਜੋ ਜ਼ਿੰਦਗੀ ਹੈ ਉਹਦਾ ਬਹੁਤ ਚੰਗਾ ਸਵਾਦ ਹੈ। But if you just want to do what you want, ਅਗਰ ਅਸੀਂ ਉਹ ਕਰੀਏ ਜੋ ਅਸੀਂ ਚਾਹੁੰਦੇ ਹਾਂ, today here, tomorrow there, and just you're restless, ਅੱਜ ਇੱਥੇ ਜਾਂ ਕੱਲ ਉੱਥੇ, ਫਿਰ then you're ਤੁਸੀਂ going to miss what God has for you. ਤੇ ਫਿਰ ਤੁਸੀਂ ਉਸ ਮੌਕੇ ਨੂੰ ਗਵਾ ਦੋਗੇ ਜੋ ਪਰਮੇਸ਼ਰ ਨੇ ਤੁਹਾਡੇ ਲਈ Because ਰੱਖਿਆ ਹੈ। God ਕਿਉਂਕਿ says ਪਰਮੇਸ਼ਰ that He ਕਹਿੰਦਾ is a ਹੈ, good shepherd. ਉਹ ਬਹੁਤ ਚੰਗਾ ਚਰਵਾਇਆ ਹੈ। Everybody knows Psalm 23, Zabur 23. ਜੋ ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਵਿੱਚ ਬਥੇਰੇ ਜ਼ਬੂਰ ਦੇ ਪੜ੍ਹਦੇ Beautiful ਨੇ। Psalm. ਬਹੁਤ ਸੋਹਣਾ ਜ਼ਬੂਰ The ਲਿਖਿਆ Lord ਹੋਇਆ ਹੈ। is my shepherd. ਕਹਿੰਦਾ ਕਿ ਪਰਮੇਸ਼ਰ ਮੇਰਾ ਆਇਆ I ਹੈ। will not lack anything. ਮੈਨੂੰ ਕਿਸੇ ਚੀਜ਼ ਦੀ ਕਮੀ ਜਾਂ ਘਟੀ ਨਹੀਂ He ਹੋਈ। will lead me to green pastures. ਉਹ ਮੈਨੂੰ ਹਰੀ ਹਰੀ ਚਰਗਾਹਾਂ ਤੇ ਲੈ ਜਾਏਗਾ He will take me beside still waters. ਤੇ ਉਹ ਮੈਨੂੰ ਪਾਣੀ ਦੇ ਨਦੀਆਂ ਦੇ ਕੋਲ ਲੈ ਕੇ This ਜਾਏਗਾ। is the heart of a shepherd, Charwa, ਇਹ ਇੱਕ ਚੰਗੇ ਚਰਵਾਹੇ ਦਾ ਦਿਲ ਹੈ। that he wants to take you to good place. ਉਹ ਚਾਹੁੰਦਾ ਹੈ ਤੁਹਾਨੂੰ ਚੰਗੀ ਜਗ੍ਹਾ ਤੇ ਲੈ A ਕੇ ਜਾਏ। shepherd takes care of his sheep. ਜਿਵੇਂ ਇੱਕ ਚਰਵਾਹਾ ਆਪਣੀਆਂ ਭੇਡਾਂ ਬੱਕਰੀਆਂ ਦੀ ਰਾਖੀ He ਕਰਦਾ wants ਹੈ, the best for his sheep. ਜਿਵੇਂ ਉਹ ਆਪਣੀਆਂ ਭੇਡਾਂ ਬੱਕਰੀਆਂ ਲਈ He ਚੰਗਾ wants ਚਾਹੁੰਦਾ ਹੈ, to make sure that the sheep is protected from the wild animals, from any trap of the enemy. Yes. ਜਿਵੇਂ ਉਹ ਆਪਣੀਆਂ ਭੇਡਾਂ ਨੂੰ ਬਚਾਉਂਦਾ ਹੈ ਦੁਸ਼ਮਣ ਤੋਂ ਜਾਂ ਉਹਨਾਂ ਜਾਨਵਰਾਂ ਤੋਂ ਜੋ ਉਹਨਾਂ ਨੂੰ ਖਾਂਦੇ ਨੇ, ਉਹਨਾਂ ਤੇ ਅਟੈਕ ਕਰਦੇ And ਨੇ। so if we remain under the shepherd ਜੇ ਅਗਰ ਅਸੀਂ ਵੀ ਆਪਣੇ ਅਯਾਲੀ ਦੇ ਅੰਦਰ and ਰਹੀਏ we remain under his covering, ਤੇ ਉਹਦੀ ਕਵਰਿੰਗ ਦੇ ਅੰਦਰ ਰਹੀਏ, everything will be fine, even though it might be difficult for some time. ਉਹਦੀ ਸੁਰੱਖਿਆ 'ਚ ਰਵਾਂਗੇ ਤਾਂ ਫਿਰ ਸਾਡੇ ਲਈ ਕਈ ਵਾਰ ਮੁਸ਼ਕਿਲ ਹੁੰਦਾ, ਪਰ ਸਭ So ਕੁਝ ਸਹੀ we ਹੋਏਗਾ। as sheep, ਇੱਕ ਭੇਡ ਹੋਣ ਦੇ we ਨਾਤੇ need to be submitting to our shepherd and say, let your will be done. ਆਮੀਨ। ਤੇ ਇੱਕ ਭੇਡ ਹੋਣ ਦੇ ਨਾਤੇ ਅਸੀਂ ਪਰਮੇਸ਼ਰ ਦੇ ਕੋਲ ਜਾਣਾ ਔਰ ਕਹਿਣਾ ਕਿ ਤੁਸੀਂ ਆਪਣੀ ਮਰਜ਼ੀ ਨੂੰ ਸਾਡੀ ਜ਼ਿੰਦਗੀ 'ਚ ਪੂਰਾ ਕਰੋ। Be led of his spirit. ਅਸੀਂ ਉਹਦੇ ਆਤਮਾ ਦੇ ਦੁਆਰਾ ਚੱਲਣਾ। Then it says, it's sharper than a two-edged sword. ਤੇ ਇੱਥੇ ਲਿਖਿਆ ਹੋਇਆ ਹੈ ਸ਼ਾਪਰ, Sharper than a two-edged sword. Sharper. The word of God is sharper. ਇੱਥੇ ਲਿਖਿਆ ਹੋਇਆ ਹੈ ਕਿ ਉਹ ਬੰਦ ਤੇ ਗੁੱਦੇ ਨੂੰ ਅੱਡ ਕਰ ਸਕਦਾ। ਤਲਵਾਰ ਦੀ ਤਰ੍ਹਾਂ। हाँ, दो तलवार की तरह ना. ਯਾ ਸ਼ਾਪਰ, ਉਹ ਵੀ ਸ਼ਾਪਰ। ਦੋਵਾਂ ਪਾਸਿਓਂ ਤੇ। ਹਾਂ, ਉਹ ਦੋ ਧਾਰੀ ਤਲਵਾਰ ਦੇ ਨਾਲ ਉਹ ਵੀ ਤਿੱਖਾ ਹੈ। Penetrating deep. ਉਹ ਜੀਵ ਅਤੇ ਆਤਮਾ ਤੇ ਬੰਦ deep into the soul and the spirit. ਜੀਵ ਅਤੇ ਆਤਮਾ ਨੂੰ ਅਤੇ ਬੰਦ ਤੇ ਗੁੱਦੇ ਨਾਲ ਅੱਡ ਕਰਕੇ। So what happens when you read the word of God? ਜਦੋਂ ਕੀ ਹੁੰਦਾ ਜਦੋਂ ਤੁਸੀਂ ਪਰਮੇਸ਼ਰ ਦਾ ਵਚਨ ਪੜ੍ਹਦੇ ਆ? It goes right in. ਉਹ ਸਾਡੇ ਅੰਦਰ ਜਾਂਦਾ ਹੈ। And what happens when it goes in? ਜਦੋਂ ਸਾਡੇ ਅੰਦਰ ਜਾਂਦਾ ਤੇ ਕੀ ਹੁੰਦਾ ਹੈ? You are having an encounter with God. ਤੇ ਤੁਹਾਡਾ ਜਿਹੜੀ ਪਰਮੇਸ਼ਰ ਦੇ ਨਾਲ ਮੁਲਾਕਾਤ For ਹੁੰਦੀ ਹੈ। example, ਉਦਾਹਰਨ ਦੇ ਤੌਰ ਤੇ you have been stealing ਜੇ ਤੁਸੀਂ ਚੋਰੀ ਕਰ ਰਹੇ ਹੋ and then you read God's word ਤੇ ਜੇ ਤੁਸੀਂ ਪਰਮੇਸ਼ਰ ਦਾ and it ਵਚਨ says ਪੜ੍ਹਦੇ you ਹੋ can't steal. ਤੇ ਉੱਥੇ ਲਿਖਿਆ ਹੈ ਕਿ ਤੁਸੀਂ ਚੋਰੀ ਨਾ ਕਰੋ, Boom, you now become uncomfortable ਤੇ ਤੁਸੀਂ ਉਦੋਂ ਉਸ ਸਮੇਂ ਮਹਿਸੂਸ ਕਰੋਗੇ ਕਿ because ਪਰਮੇਸ਼ਰ God's ਦਾ word ਵਚਨ is ਕੀ ਕਹਿ ਰਿਹਾ ਹੈ। active and it's alive, it's ਕਿਉਂਕਿ living. ਪਰਮੇਸ਼ਰ ਦਾ ਵਚਨ ਜਿਉਂਦਾ ਔਰ So ਉਹ ਐਕਟਿਵ it's ਹੈ। making you a little bit uncomfortable now. ਉਹ ਤੁਹਾਨੂੰ ਮਹਿਸੂਸ ਕਰਾਏਗਾ And then maybe you might try and say, oh, I was hungry, so I stole. ਮੇਬੀ ਤੁਸੀਂ ਕੋਸ਼ਿਸ਼ ਕਰੋ ਔਰ ਕਹੋ ਕਿ ਹਾਂ ਮੈਨੂੰ ਭੁੱਖ ਲੱਗੀ ਸੀ Oh, ਇਸ ਲਈ ਮੈਂ I ਚੋਰੀ had to ਕੀਤੀ। feed my children. ਜਾਂ ਮੈਨੂੰ ਆਪਣੇ ਬੱਚਿਆਂ ਨੂੰ ਭੋਜਨ ਦੇਣਾ ਸੀ ਇਸ ਲਈ ਮੈਂ ਚੋਰੀ ਕੀਤੀ। But the Bible says, ਪਰ ਵਚਨ ਕਹਿੰਦਾ ਹੈ, if you love me, ਕਹਿੰਦਾ ਅਗਰ ਤੂੰ ਮੈਨੂੰ ਪਿਆਰ ਕਰਦਾ ਹੈ you obey my commands. ਤੇ ਤੂੰ ਮੇਰੇ ਵਚਨਾਂ ਦੀ ਆਗਿਆਕਾਰੀ ਵੀ Toilet ਕਰੇਗਾ। left mein bhai. Sida or left. So we are challenged by God's word.
ਤੇ ਜੋ ਪਰਮੇਸ਼ਵਰ ਦਾ ਵਚਨ ਹੈ ਸਾਨੂੰ ਚੈਲੰਜ ਕਰਦਾ when we are doing something wrong. ਜਦੋਂ ਅਸੀਂ ਕੁਝ ਗਲਤ ਕਰਦੇ ਹਾਂ And God wants us ਪਰਮੇਸ਼ਵਰ to ਚਾਹੁੰਦਾ live by ਹੈ His ਸਾਨੂੰ word. ਉਹਦੇ ਵਚਨ ਦੇ ਦੁਆਰਾ ਅਸੀਂ We ਚੱਲੀਏ। put our faith in His word. ਅਸੀਂ ਆਪਣਾ ਜਿਹੜਾ ਵਿਸ਼ਵਾਸ ਹੈ ਪਰਮੇਸ਼ਵਰ ਦੇ ਵਚਨ 'ਚ ਪਾਈਏ। And whatever we are struggling with, ਜਿਸ ਵੀ ਚੀਜ਼ ਨਾਲ ਅਸੀਂ ਜੂਝ ਰਹੇ ਹਾਂ the word of God will help us to overcome. ਆਮੀਨ ਪਰਮੇਸ਼ਵਰ ਦਾ ਵਚਨ ਸਾਡੀ ਮਦਦ ਕਰੇਗਾ If ਉਸ we ਨੂੰ live, ਖਤਮ ਕਰਨ if we live by it. ਅਗਰ ਅਸੀਂ ਉਹਦੇ ਦੁਆਰਾ ਚੱਲਦੇ ਹਾਂ। Joshua 1:8. ਯੋਸ਼ੂਆ ਉਹਦੇ 1:8 'ਚ ਲਿਖਿਆ ਹੈ। Padegi, please. Very important. Joshua 1:8. Joanna, this is very special for you for today. This is for the day that we are going to celebrate later on, but this is for you very specifically. ਯੋਸ਼ੂਆ ਦੀ ਕਿਤਾਬ 1:8 ਵਿੱਚ ਲਿਖਿਆ ਕਹਿੰਦਾ ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਏ ਸਗੋਂ ਤੂੰ ਦਿਨ ਰਾਤ ਉਹਦੇ ਉੱਤੇ ਚਿੱਤ ਅਤੇ ਧਿਆਨ ਲਾ ਰੱਖ ਤਾਂ ਜੋ ਤੂੰ ਉਹਦੇ ਸਾਰੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ ਅਤੇ ਉਹਨੂੰ ਪੂਰਾ ਕਰੇ ਤਾਂ ਤੂੰ ਆਪਣੇ ਮਾਰਗ ਨੂੰ ਸਫਲ ਬਣਾਏਗਾ ਅਤੇ ਤੇਰਾ ਬੋਲਬਾਲਾ ਹੋਵੇਗਾ। Amen. Amen. Is that English? Can you read, please? Can you read? Me? Yeah, please. Aqui? 8 8. Oito. Onde é que está? Oito. Hmm. Aqui, 8. Do not let this book of the law depart from your mouth. Meditate on it day and night, so that you may be careful to do everything written in it. Then you will be prosperous and successful. Amen. Successful. Successful. Very good. Prospero. So, Hallelujah. meditate on it day and night. This is the book Amen. of the law. ਵਚਨ Book of ਦੇ the law. ਉੱਤੇ ਦਿਨ ਰਾਤ ਧਿਆਨ ਲਾਓ ਜੋ ਪਰਮੇਸ਼ਵਰ ਦਾ ਵਚਨ ਹੈ ਉਹਦੇ ਉੱਪਰ Meditate on it. ਉਹਦੇ ਉੱਪਰ ਧਿਆਨ ਲਾਓ। Meditation on the word of God. ਮੈਡੀਟੇਸ਼ਨ ਕਰੀਏ ਅਸੀਂ ਪਰਮੇਸ਼ਵਰ ਦੇ ਵਚਨ No yoga, no transcendental meditation or any sort of other meditations. ਧਿਆਨ ਲਾਈਏ ਅਸੀਂ ਪਰਮੇਸ਼ਵਰ ਦੇ ਵਚਨ ਤੇ ਨਾ ਕਿ ਯੋਗਾ ਦੇ ਵਿੱਚ ਅਸੀਂ ਮੈਡੀਟੇਸ਼ਨ ਕਰੀਏ ਜਾਂ ਕੋਈ ਹੋਰ On the word of God. ਸਿਰਫ ਔਰ ਸਿਰਫ ਪਰਮੇਸ਼ਵਰ ਦੇ Meditate on ਵਚਨ ਨੂੰ it. meditate His word. Learn scriptures. Learn verses and meditate. ਉਹਦੇ ਵਚਨ ਨੂੰ ਸਿੱਖੋ ਔਰ ਪੜੋ ਔਰ ਉਹਦਾ ਧਿਆਨ ਲਾਓ। You come under fear, ਅਗਰ ਤੁਸੀਂ ਡਰ ਦੇ ਅੰਦਰ ਹੋ then find Isaiah 43. ਤਾਂ ਤੁਸੀਂ ਇਜ਼ਾਇਤ ਦੀ ਕਿਤਾਬ It ਪੜੋ। says, do not fear. ਯਸ਼ਾਇਆ ਦੀ ਕਿਤਾਬ 'ਚ ਲਿਖਿਆ Declare upon your life. ਨਾ ਡਰੋ। Hallelujah. ਹਾਲੇਲੂਇਆ। You are anxious and worried, ਅਗਰ ਤੁਸੀਂ ਕਿਸੇ ਚਿੰਤਾ ਦੇ ਵਿੱਚ ਹੋ then read Matthew 6, ਤਾਂ ਮਤੀ ਦੀ ਕਿਤਾਬ ਪੜੋ where it says, do not be anxious, do not be worried. ਤੇ ਉਹਦੀ 6ਵੇਂ ਅਧਿਆਇ 'ਚ ਲਿਖਿਆ ਕਿ ਤੂੰ ਕੱਲ ਦੀ ਚਿੰਤਾ ਨਾ ਕਰ। Again, Philippians chapter 4. ਤੇ ਫਿਲਿੱਪੀਆਂ ਦੀ ਕਿਤਾਬ 'ਚ ਵੀ ਲਿਖਿਆ ਹੈ You are worried about something, it says, do not worry, but with thanksgiving and submission to the Lord, bring your request to Him. ਜਿੱਦਾਂ ਵਚਨ 'ਚ ਲਿਖਿਆ ਕਹਿੰਦਾ ਕਿ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ ਪਰ ਆਪਣੀਆਂ ਪ੍ਰਾਰਥਨਾਵਾਂ ਨੂੰ ਧੰਨਵਾਦ ਦੇ ਸਹਿਤ ਪਰਮੇਸ਼ਰ ਦੇ ਸਮੂਹ ਲੈ ਕੇ So ਆਓ। for every problem you and me have, ਕੋਈ ਵੀ ਮੁਸੀਬਤ ਜਾਂ ਮੁਸ਼ਕਿਲ ਸਾਡੇ ਦੇ let ਵਿੱਚ me ਹੈ say, for every problem that we have, ਹਰ ਮੁਸ਼ਕਿਲ ਜੋ ਸਾਡੀ the ਹੈ answer is in here. ਤੇ ਉਹਦਾ ਉੱਤਰ ਇਸ ਕਿਤਾਬ ਦੇ ਵਿੱਚ ਹੈ। This is medicine, ਇਹ ਸਾਡੀ ਦਵਾਈ this ਹੈ, is food, ਇਹ ਸਾਡਾ this ਭੋਜਨ ਹੈ, is life, ਇਹ ਜ਼ਿੰਦਗੀ ਹੈ, this is everything. ਇਹ ਸਾਡਾ ਸਭ ਕੁਝ ਹੈ। We need to be in love with God's word. ਤੇ ਸਾਨੂੰ ਪ੍ਰੇਮ ਹੋਣਾ ਚਾਹੀਦਾ ਪਰਮੇਸ਼ਰ ਦੇ ਵਚਨ ਦੇ Praise ਨਾਲ। Lord. Thank you, Jesus. Thank you. Hallelujah. Praise God. We move on. Let's see now what it says in Psalm. So when we are living in sin ਤੇ ਅਗਰ ਅਸੀਂ ਪਾਪ ਦੇ ਵਿੱਚ ਜੀ ਰਹੇ ਹਾਂ and when we read the word, ਔਰ ਜਦੋਂ ਅਸੀਂ ਵਚਨ ਪੜ੍ਹਦੇ ਹਾਂ we will look at the word and we will be uncomfortable ਤੇ ਅਸੀਂ ਵਚਨ ਨੂੰ ਦੇਖਾਂਗੇ ਔਰ ਅਸੀਂ ਮਹਿਸੂਸ ਕਰਾਂਗੇ because the word will start convicting us. ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਕਨਵਿਕਟ ਕਰੇਗਾ, ਉਹ ਸਾਨੂੰ ਦਿਖਾਏਗਾ। And then what we do? ਤੇ ਫਿਰ ਅਸੀਂ ਕੀ ਕਰਾਂਗੇ? We say, okay, Lord, ਫਿਰ ਅਸੀਂ ਕਹਾਂਗੇ ਹਾਂ I'm ਪਰਮੇਸ਼ਰ sorry, ਜੀ, Lord. ਮੈਂ ਮਾਫੀ ਮੰਗਦਾ ਹਾਂ, Help me ਮੇਰੀ ਮਦਦ ਕਰੋ and be humble. ਤੇ ਨਮਰ ਹੋ ਜਾਓ ਉਹਦੇ ਸਾਹਮਣੇ Ask Him to work in your life. ਤੇ ਉਹਨੂੰ ਕੰਮ ਕਰਨ ਦਿਓ ਤੁਹਾਡੀ And then you see the breakthrough. ਆਮੀਨ। ਤੇ ਫਿਰ ਤੁਸੀਂ ਆਜ਼ਾਦੀ ਨੂੰ ਪਾਓ। Hallelujah. Amen. Zabur 107 verse 20. Psalm 107 verse 20. Look at this. There's so much power in God's word. ਜ਼ਬੂਰ 107 ਪੜਾਂਗੇ ਆਪਾਂ, ਉਹਦੀ 20ਵੀਂ ਆਇਤ। Psalm what? 107 verse 20. ਉਹ ਆਪਣਾ ਵਚਨ ਘੱਲ ਕੇ ਉਹਨੂੰ ਚੰਗਾ ਕਰਦਾ ਹੈ ਅਤੇ ਉਹਨੂੰ ਤਬਾਹੀ ਤੋਂ ਬਚਾਉਂਦਾ ਹੈ। Amen. ਹਾਲੇਲੂਇਆ। It says in English, He sent His word. ਵਚਨ 'ਚ ਲਿਖਿਆ ਕਹਿੰਦਾ ਕਿ ਉਹ ਆਪਣਾ ਵਚਨ ਘੱਲਦਾ ਹੈ। See what happens when He sends His word.
ਤੇ ਕੀ ਹੁੰਦਾ ਜਦੋਂ ਆਪਣਾ ਵਚਨ So ਭੇਜਦਾ when we send the word of God, ਜਦੋਂ ਅਸੀਂ ਪਰਮੇਸ਼ਰ ਦਾ ਵਚਨ ਭੇਜਦੇ ਹਾਂ he says he healed them ਆਮੀਨ ਤੇ ਉੱਥੇ ਲਿਖਿਆ ਉਹਨਾਂ ਨੂੰ ਬਚਾਉਂਦਾ ਹੈ ਚੰਗਾ and he ਕਰਦਾ ਹੈ delivered them. ਤੇ ਉਹਨਾਂ ਨੂੰ ਛਡਾਉਂਦਾ ਹੈ See, God's word has the power ਆਮੀਨ ਦੇਖੋ ਪਰਮੇਸ਼ਰ ਦੇ ਵਚਨ 'ਚ ਸ਼ਕਤੀ to ਹੈ heal ਚੰਗਿਆਈ ਦੀ and to deliver. ਤੇ ਬਚਾਉਣ ਦੀ So what we need is more than medicine, ਤੇ ਸਾਨੂੰ ਜ਼ਰੂਰਤ ਕੀ ਹੈ ਦਵਾਈ ਤੋਂ ਜ਼ਿਆਦਾ more than operations, surgeries. ਆਪਰੇਸ਼ਨ ਜਾਂ ਸਰਜਰੀ ਤੋਂ ਜ਼ਿਆਦਾ They are also needed. ਉਹ ਵੀ ਕਈ ਵਾਰ ਜ਼ਰੂਰਤ And God ਹੁੰਦੀ ਹੈ uses medical science. ਤੇ ਪਰਮੇਸ਼ਰ ਉਹਨਾਂ ਚੀਜ਼ਾਂ ਦੇ ਦੁਆਰਾ ਵੀ ਚੰਗਿਆਈ ਦਿੰਦੇ But ਨੇ we need to have the word before the surgery, before the medicine, ਪਰ ਸਾਨੂੰ whatever. ਜ਼ਰੂਰਤ ਹੈ ਪਰਮੇਸ਼ਰ ਦੇ ਵਚਨ ਦੀ ਸਰਜਰੀ ਤੋਂ ਪਹਿਲਾਂ ਜਾਂ ਆਪਰੇਸ਼ਨ ਤੋਂ ਪਹਿਲਾਂ ਕਿਉਂਕਿ ਇਹ ਸਭ ਤੋਂ ਜ਼ਰੂਰੀ ਹੈ Hallelujah. ਹਾਲੇਲੂਇਆ You know, it's so sad that many people are depressed in Europe. ਤੇ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਬਥੇਰੇ ਲੋਕ ਜੋ ਯੂਰਪ 'ਚ ਨੇ ਉਹ ਡਿਪਰੈਸ਼ਨ Where we are brought up, India, Pakistan, we don't really have this depression. ਜਦੋਂ ਅਸੀਂ ਇੰਡੀਆ ਜਾਂ ਪਾਕਿਸਤਾਨ ਦੇ ਵਿੱਚ ਸੀ ਤਾਂ ਅਸੀਂ ਡਿਪਰੈਸ਼ਨ Yes, ਵਿੱਚ ਨਹੀਂ ਸੀ there is sadness in a way, ਤੇ ਹਾਂ ਉਹ ਸੈਡਨੈਸ ਹੈ but people are amplifying depression. I know sometimes it can be hormonal. ਤੇ ਹਾਂ ਕਈਆਂ ਦੇ ਵਿੱਚ ਉਹ ਹੁੰਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਉਹ ਇੱਥੇ ਜ਼ਿਆਦਾ ਮਹਿਸੂਸ ਕਰਦੇ ਨੇ ਕਈ Sometimes ਵਾਰੀ it ਹਾਰਮੋਨ is ਚੇਂਜਸ ਦੇ because ਕਰਕੇ ਵੀ ਹੁੰਦਾ ਹੈ ladies have hormones ਕਿਉਂਕਿ ਜੋ which ਸਾਡੇ ਅੰਦਰ sometimes hormones are ਨੇ, up and down, and I know that can be a reason as well. ਕਈ ਵਾਰ ਉਹ ਉੱਪਰ ਹੇਠਾਂ ਹੁੰਦੇ ਨੇ ਇਸ ਕਰਕੇ ਵੀ ਉਹ But ਡਿਪਰੈਸ਼ਨ ਦੇ the ਸ਼ਿਕਾਰ answer ਹੁੰਦੇ ਨੇ। to depression is in Isaiah 61, ਪਰ ਜੋ ਇਹਦਾ ਉੱਤਰ ਹੈ ਉਹ ਯਸ਼ਾਇਆ ਦੀ ਕਿਤਾਬ ਦੇ ਵਿੱਚ ਲਿਖਿਆ ਹੈ where it ਕਾਹਦੇ says, ਵਿੱਚ? "Put on the garments of praise against the spirit of sadness." ਤੇ ਵਚਨ 'ਚ ਜਿੱਦਾਂ ਲਿਖਿਆ ਹੋਇਆ ਕਿ ਅਸੀਂ ਉਹਨਾਂ ਵਸਤਰਾਂ ਨੂੰ ਪਹਿਨ ਲੈਣਾ ਆ ਜੋ ਉਦਾਸੀ ਦੇ ਖਿਲਾਫ So when we are sad, ਤੇ ਮੈਂ ਤੁਹਾਨੂੰ ਕਹਿਣਾ when we ਚਾਹੁੰਦਾ are sorrowful, ਜੇ ਅਗਰ ਤੁਸੀਂ ਬਿਨਾਂ ਉਮੀਦ ਤੋਂ what do we do? ਅਸੀਂ ਕੀ ਕਰਨਾ ਹੈ We don't go and drink a beer. ਅਸੀਂ ਜਾ ਕੇ ਬੀਅਰ ਨਹੀਂ ਪੀਣੀ We don't drink a brandy. ਜਾਂ ਬ੍ਰਾਂਡੀ ਨਹੀਂ We don't ਪੀਣੀ get drunk with whiskey. ਜਾਂ ਵਿਸਕੀ ਲੈਣੀ We ਹੈ don't go and say, now we need drugs. ਜਾਂ ਅਸੀਂ ਜਾ ਕੇ Drugs will blow your mind up for a little while. You'll feel very happy, and then you're going to crash. ਉਹ ਪੀਣ ਤੋਂ ਬਾਅਦ ਥੋੜੀ ਦੇਰ ਲਈ ਤੁਹਾਨੂੰ ਉਹ ਸਭ ਚੀਜ਼ਾਂ ਭੁੱਲ What we ਜਾਣਗੀਆਂ, need ਪਰ is ਉਸ ਤੋਂ we ਬਾਅਦ ਕੀ need ਹੋਏਗਾ to start singing to the Lord praise songs. ਤੇ ਇਹ ਇਦਾਂ ਹੈ ਜਿਵੇਂ ਅਸੀਂ ਪਰਮੇਸ਼ਰ ਦੀ ਮਹਿਮਾ ਦਾ ਗੀਤ He ਗਾਉਂਦੇ says, put on the garments of praise. Kapde prestish ke. ਹਾਂ ਆਮੀਨ ਜਿੱਦਾਂ ਵਚਨ 'ਚ ਲਿਖਿਆ ਕਿ ਤੁਸੀਂ ਮੇਰੀ ਮਹਿਮਾ ਦੇ ਕੱਪੜਿਆਂ ਨੂੰ ਪਹਿਨ ਲਓ Try it out. Try it out. ਕੋਸ਼ਿਸ਼ ਕਰੋ When you are sad next time, ਤੇ ਜੇ ਤੁਸੀਂ go to YouTube. ਜਾਂ YouTube ਦੇ ਉੱਪਰ Listen to worship. ਤੇ ਵਰਸ਼ਿਪ ਨੂੰ ਸੁਣੋ Praise songs. If you are a singer, if you are a singer yourself, or even if you can't really sing very well, just start singing. ਤੇ ਕੋਸ਼ਿਸ਼ ਕਰੋ ਅਸੀਂ ਬਥੇਰੇ ਜੋ ਨਹੀਂ ਗਾ ਪਾਉਂਦੇ ਪਰ ਕੋਸ਼ਿਸ਼ ਕਰੀਏ If you can play some instrument, ਜਾਂ ਸਾਡੇ ਕੋਲ come on, pick it up and play the guitar and say, "Thank you, Jesus, hallelujah, praise the Lord." ਜੇ ਤੁਹਾਡੇ ਕੋਲ ਗਿਟਾਰ ਹੈ ਤੈਨੂੰ ਵਜਾ ਕੇ ਕੋਸ਼ਿਸ਼ ਕਰੋ ਪਰਮੇਸ਼ਰ ਦੀ ਮਹਿਮਾ ਕਰਨ ਦੀ And see what happens. ਤੇ ਫਿਰ ਦੇਖੋ ਕੀ ਹੋਏਗਾ And if nothing changes, ਅਗਰ ਕੋਈ then ਬਦਲਾਅ ਨਾ God ਦਿਖੇ is a liar. ਤਾਂ ਫਿਰ ਪਰਮੇਸ਼ਰ ਝੂਠ ਬੋਲ And ਰਿਹਾ God cannot be a liar. ਪਰ ਪਰਮੇਸ਼ਰ ਝੂਠਾ It ਨਹੀਂ ਹੈ says, "Put on the garments of praise ਉਹਨੇ ਕਿਹਾ ਕਿ ਵਸਤਰਾਂ ਨੂੰ ਪਹਿਨ ਲਓ against the ਜੋ ਮੇਰੀ ਮਹਿਮਾ ਦੀ spirit of depression, sadness, sorrow." ਉਸ ਡਿਪਰੈਸ਼ਨ ਦੇ ਖਿਲਾਫ ਜਾਂ ਉਸਤਾ ਦੇ ਖਿਲਾਫ ਜੋ ਤੁਹਾਨੂੰ Amen. ਬਣਾ ਰਹੀ ਹੈ I'm finishing with the last two scriptures, Isaiah 55 verses 10 and 11. ਅਸੀਂ ਪੜਾਂਗੇ ਯਸ਼ਾਇਆ ਦੀ ਕਿਤਾਬ 55 ਦੇ 10 ਤੋਂ 11 ਜਿਵੇਂ ਤਾਂ ਵਰਖਾ ਅਤੇ ਬਰਫ਼ ਆਕਾਸ਼ ਤੋਂ ਪੈਂਦੀ ਹੈ ਅਤੇ ਉਸੇ ਨੂੰ ਮੋੜ ਨਹੀਂ ਜਾਂਦੀ ਸਗੋਂ ਧਰਤੀ ਨੂੰ ਸਿੰਜ ਕੇ ਉਹਨੂੰ ਜਮਾਉਂਦੀ ਅਤੇ ਖੜਾਉਂਦੀ ਹੈ ਇਉਂ ਬੀਜਣ ਵਾਲੇ ਨੂੰ ਵੀ ਬੀਜ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ ਤਿਵੇਂ ਮੇਰਾ ਵਚਨ ਹੋਏਗਾ ਜੋ ਮੇਰੇ ਮੂੰਹ ਚੋਂ ਨਿਕਲਦਾ ਹੈ ਉਹ ਮੇਰੀ ਵੱਲ ਅਵਿਅਰਥ ਨਹੀਂ ਮੁੜੇਗਾ ਪਰ ਜੋ ਮੈਂ ਠਾਣਿਆ ਉਹਨੂੰ ਪੂਰਾ ਕਰੇਗਾ ਅਤੇ ਜਿਸ ਲਈ ਮੈਂ ਘੱਲਿਆ ਉਹਨੂੰ ਸਫਲ ਹੋਏਗਾ Hallelujah. Very powerful scriptures in the word of God. Mind blowing. It's like a bomb. ਬਹੁਤ ਸ਼ਕਤੀਸ਼ਾਲੀ ਵਚਨ ਜੋ ਪਰਮੇਸ਼ਰ ਦੇ ਸੀ ਪੜੇ ਨੇ ਇਹ ਇਦਾਂ ਹੈ ਜਿਵੇਂ ਇੱਕ ਬੰਬ ਦੀ ਤਰ੍ਹਾਂ Yeah, this is a weapon of mass destruction. ਤੇ ਇਹ ਹਥਿਆਰ ਹੈ ਸਾਡਾ ਸ਼ੈਤਾਨ ਦੇ ਖਿਲਾਫ Yeah, शैतान के खिलाफ, लेकिन weapon of mass destruction. Mass मतलब बड़ी तरीके से destroy करने को, सत्यानाश. ਇਹ ਜੋ ਹਥਿਆਰ ਹੈ ਸਾਡਾ ਉਹ शैतान का ਬਥੇਰੀਆਂ चाल या ਜੋ जो भी. ਸ਼ੈਤਾਨ ਦੀਆਂ ਚਾਲਾਂ ਨੇ ਉਹਨਾਂ ਨੂੰ Yeah. ਖਤਮ ਕਰਨੇ ਇਸਤੇਮਾਲ You heard the I think those who know English, weapon of mass destruction is a very common term. Anyway, so it says in English. बड़ी तबाही का. So we will just read in English and then we will just share a little bit and we'll finish.
As the rain, Isaiah 55 verse 10 and 11. As the rain and the snow come down from heaven and do not return to it without watering the earth and making it bud and flourish, so that it yields seed for the sower and bread for the eater. Verse 11. So is my word, vachan, that goes out from my mouth, that is God's mouth. It will not return to me empty, but will accomplish what I desire and achieve the purpose for which I sent it. So the Lord is saying that when His word is sent ਜਿੱਦਾਂ ਪਰਮੇਸ਼ਰ ਦਾ ਵਚਨ ਅਸੀਂ ਪੜਿਆ from His mouth, ਜਦੋਂ ਦੇ ਉਹ ਮੂੰਹ ਦੇ ਵਿੱਚੋਂ ਨਿਕਲਦਾ ਹੈ, of course the word of God is come from His mouth. ਤੇ ਇਹ ਜੋ ਵਚਨ ਵਿੱਚ ਲਿਖੇ ਨੇ ਪਰਮੇਸ਼ਰ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਨੇ, He spoke and different people wrote it for us. ਤੇ ਉਹਨੇ ਗੱਲ ਕੀਤੀ ਔਰ ਵੱਖੋ ਵੱਖਰੇ ਲੋਕਾਂ ਨੇ ਪਰਮੇਸ਼ਰ ਦੇ ਦਾਸਾਂ ਨੇ ਉਹਨਾਂ ਨੂੰ ਲਿਖਿਆ, Inspired by the Holy Spirit, every dot, every word, every letter, every sentence, every paragraph was led of the Holy Spirit. They could not write anything else but what God was telling them. ਹਰ ਇੱਕ ਵਚਨ ਚਾਹੇ ਇਹਦੇ ਚ ਕੋਮਾ ਬਿੰਦੀ ਹੈ ਜਾਂ ਅੱਖਰ ਜੋ ਵੀ ਅਸੀਂ ਦੇਖਦੇ ਹਾਂ ਸਭ ਉਹਨਾਂ ਨੇ ਲਿਖਿਆ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ। So when it goes forth, ਤੇ ਫਿਰ ਅਸੀਂ ਦੇਖਦੇ ਹਾਂ it says it will not return void. ਤੇ ਉਹ ਉੱਥੇ ਕਹਿੰਦਾ ਕਿ ਉਹ ਵਿਅਰਥ ਨਹੀਂ ਮੁੜਦਾ, It will accomplish its purpose for what it was sent for. ਤੇ ਉਹ ਉਸ ਨੂੰ ਸਫਲ ਕਰਕੇ ਭੇਜਦਾ ਜਿਸ ਚੀਜ਼ ਦੇ ਲਈ ਉਹਨੂੰ ਭੇਜਿਆ ਜਾਂਦਾ। So today, ਤੇ ਅੱਜ whatever your situation is, ਜੋ ਵੀ ਹਾਲਾਤ ਨੇ ਸਾਡੇ, you can send the word of God. ਤੇ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਲੈਣਾ। And how do you send the word of God? ਤੇ ਅਸੀਂ ਕਿਵੇਂ ਪਰਮੇਸ਼ਰ ਦੇ ਵਚਨ ਨੂੰ You ਭੇਜਾਂਗੇ? ask the Holy Spirit ਤੁਸੀਂ ਪਰਮੇਸ਼ਰ ਦੇ to ਆਤਮਾ ਨੂੰ give you the ਪੁੱਛੋ, word. ਉਹ ਤੁਹਾਨੂੰ ਵਚਨ ਦੇਗਾ। Maybe ਹੋ ਸਕਦਾ ਹੈ today, ਅੱਜ as we pray for you, ਜੀ ਪ੍ਰਾਰਥਨਾ ਕਰੀਏ ਤੁਹਾਡੇ God ਲਈ, will speak to you through us when we pray for you. ਤੇ ਪਰਮੇਸ਼ਰ ਤੁਹਾਡੇ ਨਾਲ ਗੱਲਬਾਤ ਕਰੇਗਾ ਜਦੋਂ ਅਸੀਂ ਤੁਹਾਡੇ ਲਈ ਪ੍ਰਾਰਥਨਾ That ਕਰਾਂਗੇ। is one way of also receiving the word of God. ਤੇ ਇੱਕ ਹੋਰ ਦੂਜਾ ਤਰੀਕਾ ਹੈ ਪਰਮੇਸ਼ਰ ਦੇ ਵਚਨ ਨੂੰ ਲੈਣਾ। But we all need to have our personal time with God where we read, or we listen to it ਪਰ by ਸਾਡੇ ਸਭ ਦੇ YouTube, ਲਈ whatever. ਜ਼ਰੂਰੀ ਹੈ ਕਿ ਅਸੀਂ ਸਮਾਂ ਕੱਢੀਏ ਉਹਦੇ ਵਚਨ ਨੂੰ ਪੜਨ ਦੇ ਲਈ ਔਰ ਉਹਦੀ ਆਵਾਜ਼ ਨੂੰ ਸੁਣਨ ਦੇ ਲਈ। So because God says in Joshua, she read it 1 verse 8, if you meditate, you read it, and you apply it to your life, you live by it, your days will be prosperous and successful. ਜਿੱਦਾਂ ਅਸੀਂ ਯੋਸ਼ੂਆ ਦੀ ਕਿਤਾਬ ਦੇ ਵਿੱਚੋਂ ਪੜਿਆ ਉਹਦੇ 1 ਦੀ 8ਵੀਂ ਆਇਤ ਕਿ ਅਸੀਂ ਵਚਨ ਦੇ ਉੱਤੇ ਦਿਨ ਰਾਤ ਧਿਆਨ ਲਾਉਣਾ ਤਾਂ ਫਿਰ ਉਹ ਸਾਨੂੰ ਗਾਈਡ ਕਰੇਗਾ ਔਰ ਸਾਡੇ ਸਭ ਕੰਮਾਂ ਦੇ ਉੱਪਰ So ਬਰਕਤ the ਦੇਗਾ। encouragement for all of us, ਸਾਡੇ ਸਭ ਦੇ ਲਈ ਉਤਸ਼ਾਹਿਤ ਕਰਨ ਵਾਲੀ ਗੱਲ ਇਹ ਹੈ। कोई गल नहीं, जा सकते हैं। The encouragement for everybody is to fall in love with God's word. ਆਮੀਨ। ਤੇ ਸਾਡੇ ਸਭ ਦੇ ਲਈ ਉਤਸ਼ਾਹਿਤ ਕਰਨ ਵਾਲੀ ਗੱਲ ਇਹ You ਹੈ ਕਿ want ਅਸੀਂ to- ਪਰਮੇਸ਼ਰ ਦੇ ਵਚਨ ਦੇ ਨਾਲ ਪਿਆਰ You want ਕਰਨਾ। to see your life changed, ਤੇ ਫਿਰ ਤੁਸੀਂ ਦੇਖੋ ਅਗਰ ਚਾਹੁੰਦੇ ਤੁਹਾਡੀ ਜ਼ਿੰਦਗੀ ਬਦਲੇ, you want to see prosperity, ਅਗਰ ਤੁਸੀਂ ਚਾਹੁੰਦੇ ਹੋ ਆਪਣੀ ਜ਼ਿੰਦਗੀ 'ਚ ਖੁਸ਼ਹਾਲੀ, success, ਸਫਲਤਾ, then we go by the spiritual rules. ਤੇ ਅਸੀਂ ਜਾਣਾ ਆਤਮਿਕ ਜੋ Is to ਕਾਨੂੰਨ ਨੇ ਉਹਦੇ ਦੁਆਰਾ, Meditate on it day and night, ਤੇ ਉਹਦੇ ਵਚਨ ਦੇ ਉੱਤੇ ਧਿਆਨ ਲਾਉਣਾ And- ਦਿਨ ਅਤੇ ਰਾਤ, to live by it. ਤੇ ਜਿਉਣਾ ਉਹਦੇ ਵਚਨ ਦੇ ਦੁਆਰਾ। Hallelujah. Hallelujah. ये recording बंद करो. Thank you.